स्टार्ट। पश्चिमी बंगाल विच ममता बैनर्जी दी अगवाई विच तृणमूल कांग्रेस दी होई वड्डी जित तो बाद उत्थे जिस तरह दी हिंसा हुई वो शर्मसार करन वाली है डंडी। उंज तां इस राज विच सियासी पद्धर ते हुंदी हिंसा कोई नवीं गल नहीं है डंडी। संविधान होंद विच आउण तो बाद डेढ़ कु दहाके तो वधेरे समय तक इत्थे कांग्रेस दा प्रशासन रिहा डंडी। उस समय भी ਵੱਖ-ਵੱਖ ਕਾਰਨਾਂ ਕਰਕੇ ਵੱਖੋ-ਵੱਖ ਪੱਧਰਾਂ 'ਤੇ ਹਿੰਸਾ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਸਨ ਡੰਡੀ। ਇਸ ਤੋਂ ਬਾਅਦ 34 ਵਰ੍ਹੇ ਖੱਬੇ ਪੱਖੀਆਂ ਨੇ ਸੂਬੇ 'ਤੇ ਸ਼ਾਸਨ ਕੀਤਾ ਡੰਡੀ। ਉਸ ਸਮੇਂ ਵੀ ਵਾਪਰਦੀਆਂ ਹਿੰਸਕ ਘਟਨਾਵਾਂ ਆਮ ਜਿਹੀ ਗੱਲ ਬਣ ਕੇ ਰਹਿ ਗਈ ਸੀ ਡੰਡੀ। ਭਰਾ उस समय ममता बैनर्जी अक्सर खब्बे पक्षियां ते ये दोष लगाउंदी रही कि उन्होंने सूबे नूं एक तरह नाल अगवा कर लिया है डंडी। सियासी विरोधियों ने डंडा चलाया ਜਾਂਦਾ ਹੈ ਡੰਡੀ। ਉਹਨਾਂ ਦੇ ਵਰਕਰਾਂ ਨੂੰ ਮਾਰ ਧਾੜ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਕਤਲ ਕੀਤੇ ਜਾਂਦੇ ਹਨ, ਜਿਸ ਨਾਲ ਮਾਹੌਲ ਬੇਹੱਦ ਡਰਾਉਣਾ ਬਣਿਆ ਹੋਇਆ ਹੈ ਡੰਡੀ। ਉਸ ਤੋਂ ਬਾਅਦ ਖੱਬੇ ਪੱਖੀਆਂ ਨੂੰ ਪਛਾੜ ਕੇ ਤ੍ਰਿਣਮੂਲ ਕਾਂਗਰਸ ਨੇ ਹਕੂਮਤ ਸੰਭਾਲੀ ਡੰਡੀ। ਉਸ ਸਮੇਂ ਇਹਨਾਂ ਦੋਵਾਂ ਧਿਰਾਂ ਦੇ ਟਕਰਾਅ ਹੁੰਦੇ ਰਹੇ ਡੰਡੀ। ਹਿੰਸਾ ਦੀ ਖੇਡ ਜਾਰੀ ਰਹੀ ਡੰਡੀ। ਪਿਛਲੇ 5 ਸਾਲ ਤੋਂ ਕਾਂਗਰਸ ਅਤੇ ਖੱਬੇ ਪੱਖੀਆਂ ਨੂੰ ਪਿਛਾਂਹ ਧੱਕ ਦਿੱਤੇ ਜਾਣ ਤੋਂ ਬਾਅਦ ਭਾਜਪਾ ਮੈਦਾਨ ਵਿੱਚ ਉਤਰੀ ਡੰਡੀ। ਉਸ ਨੇ ਬਹੁਤ ਤੇਜ਼ੀ ਨਾਲ ਆਪਣਾ ਪ੍ਰਭਾਵ ਬਣਾਇਆ ਡੰਡੀ। ਵਿਧਾਨ ਸਭਾ ਵਿੱਚ ਉਸ ਦੀਆਂ ਸਿਰਫ 3 ਸੀਟਾਂ ਸਨ, ਪਰ ਚੋਣ ਦੇ ਨੇੜੇ ਆਉਂਦਿਆਂ ਉਸਨੇ 200 ਸੀਟਾਂ ਜਿੱਤਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਡੰਡੀ। ਇਸ ਦੇ ਨਾਲ ਹੀ ਇਹਨਾਂ ਦੋਵਾਂ ਵਿਰੋਧੀ ਪਾਰਟੀਆਂ ਵਿੱਚ ਟਕਰਾਅ ਵੱਧਦਾ ਗਿਆ ਡੰਡੀ। ਭਾਜਪਾ ਅਕਸਰ ਇਹ ਦੋਸ਼ ਲਗਾਉਂਦੀ ਰਹੀ ਕਿ ਉਸ ਦੇ ਵਰਕਰਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਹਨ ਡੰਡੀ। ਉਸ ਨੇ ਹਰ ਤਰ੍ਹਾਂ ਦਾ ਆਪਣਾ ਵਿਰੋਧ ਜਾਰੀ ਰੱਖਿਆ ਡੰਡੀ। ਚੋਣਾਂ ਤੋਂ ਪਹਿਲਾਂ ਮਾਹੌਲ ਇੰਨਾ ਤਣਾਅਪੂਰਨ ਬਣ ਗਿਆ ਸੀ ਕਿ ਇਸ ਨੂੰ ਚੋਣਾਂ ਸਮੇਂ ਸੰਭਾਲ ਸਕਣਾ ਬੇਹੱਦ ਮੁਸ਼ਕਲ ਹੋ ਗਿਆ ਸੀ ਡੰਡੀ। ਇਹ ਵੀ ਇੱਕ ਕਾਰਨ ਸੀ ਕਿ ਇਸ ਬੇਹੱਦ ਗਰਮ ਹੋ ਚੁੱਕੇ ਮਾਹੌਲ ਨੂੰ ਦੇਖਦਿਆਂ ਚੋਣ ਕਮਿਸ਼ਨ ਨੇ ਇਸ ਰਾਜ ਵਿੱਚ ਪੜਾਅਵਾਰ ਚੋਣਾਂ ਕਰਾਉਣ ਦਾ ਐਲਾਨ ਕੀਤਾ ਡੰਡੀ। ਇਹ ਵੀ ਇੱਕ ਕਾਰਨ ਸੀ ਕਿ ਚੋਣਾਂ ਸਮੇਂ ਵੋਟਾਂ ਪੈਣ ਵੇਲੇ ਹਿੰਸਾ ਦੀਆਂ ਘੱਟ ਘਟਨਾਵਾਂ ਵਾਪਰੀਆਂ, ਪਰ ਜਿਵੇਂ ਹੀ ਤ੍ਰਿਣਮੂਲ ਕਾਂਗਰਸ ਦੀ ਜਿੱਤ ਦਾ ਐਲਾਨ ਹੋਇਆ ਉਦੋਂ ਹੀ ਵੱਖ-ਵੱਖ ਥਾਵਾਂ 'ਤੇ ਹਿੰਸਾ ਭੜਕ ਗਈ, ਜਿਸ ਵਿੱਚ 14 ਦੇ ਕਰੀਬ ਲੋਕ ਮਾਰੇ ਗਏ ਅਤੇ ਸੈਂਕੜੇ ਹੀ ਜ਼ਖਮੀ ਹੋਏ ਡੰਡੀ। ਉਸ ਸਮੇਂ ਬਿਨਾਂ ਕਿਸੇ ਗੱਲ ਦੀ ਪੁਣਛਾਣ ਕੀਤਿਆਂ ਮਮਤਾ ਬੈਨਰਜੀ ਨੇ ਸ਼ਰੇਆਮ ਇਹ ਐਲਾਨ ਕਰ ਦਿੱਤਾ ਕਿ ਇਹ ਹਿੰਸਾ ਭਾਜਪਾ ਕਰਵਾ ਰਹੀ ਹੈ ਅਤੇ ਇਹ ਵੀ ਕਿ ਨੰਦੀਗ੍ਰਾਮ ਵਿੱਚ ਜਿੱਥੇ ਉਹ ਸ਼ੁਭੇਂਦੂ ਅਧਿਕਾਰੀ ਤੋਂ ਹਾਰ ਗਈ ਸੀ ਅਤੇ ਉਸਨੇ ਇਸ ਸੰਬੰਧੀ ਦੋਸ਼ ਲਾਇਆ ਸੀ ਕਿ ਚੋਣਾਂ ਵਿੱਚ ਹੇਰਾ ਫੇਰੀ ਹੋਈ ਹੈ, ਜਦੋਂ ਕਿ ਹੋਰ ਕਿਸੇ ਪਾਸੇ ਤੋਂ ਉਸ ਨੇ ਇਹ ਸ਼ਿਕਾਇਤ ਨਹੀਂ ਸੀ ਕੀਤੀ ਡੰਡੀ।
ਹਾਲਾਂਕਿ ਮੀਡੀਆ ਦੇ ਵੱਡੇ ਭਾਗ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ ਨੂੰ ਵੀ ਨੈਤਿਕ ਜਿੱਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਡੰਡੀ। ਪਰ ਅਸਲ ਵਿੱਚ ਭਾਜਪਾ ਨੇ ਜਿੰਨਾ ਜ਼ੋਰ ਇਸ ਪ੍ਰਦੇਸ਼ ਵਿੱਚ ਲਾਇਆ ਹੈ ਡੰਡੀ, ਜਿਵੇਂ ਪ੍ਰਧਾਨ ਮੰਤਰੀ ਸਮੇਤ ਪੂਰਾ ਕੇਂਦਰੀ ਮੰਤਰੀ ਮੰਡਲ ਤੇ ਭਾਜਪਾ ਦੇ ਕਈ ਮੁੱਖ ਮੰਤਰੀ ਦਿਨ ਰਾਤ ਮਿਹਨਤ ਕਰਦੇ ਰਹੇ ਡੰਡੀ, ਉਸ ਦੇ ਮੁਕਾਬਲੇ ਇਹ ਭਾਜਪਾ ਦੀ ਨੈਤਿਕ ਜਿੱਤ ਨਹੀਂ ਸਗੋਂ ਇੱਕ ਵੱਡੀ ਹਾਰ ਹੀ ਮੰਨੀ ਜਾਵੇਗੀ ਡੰਡੀ। ਵਾਰ-ਵਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਜਪਾ ਨੇ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤੀਆਂ 3 ਵਿਧਾਨ ਸਭਾ ਸੀਟਾਂ ਦੇ ਮੁਕਾਬਲੇ ਵਿੱਚ ਇਸ ਵਾਰ 77 ਸੀਟਾਂ ਜਿੱਤ ਲਈਆਂ ਹਨ ਅਤੇ ਭਾਜਪਾ ਨੂੰ 2016 ਵਿੱਚ ਮਿਲੀਆਂ 10% ਵੋਟਾਂ ਦੇ ਮੁਕਾਬਲੇ ਕਿਤੇ ਵੱਧ ਵੋਟਾਂ 38.1% ਵੋਟਾਂ ਮਿਲੀਆਂ ਹਨ ਡੰਡੀ। ਪਰ ਇਸ ਗੱਲ ਦੀ ਚਰਚਾ ਕਿਉਂ ਨਹੀਂ ਕੀਤੀ ਜਾਂਦੀ ਕਿ ਭਾਜਪਾ ਨੇ ਬੰਗਾਲ ਵਿੱਚ 2011 ਦੀਆਂ ਲੋਕ ਸਭਾ ਚੋਣਾਂ ਵਿੱਚ 40.64% ਵੋਟਾਂ ਲਈਆਂ ਸਨ ਤੇ 2019 ਵਿੱਚ ਵੋਟਾਂ ਦੇ ਹਿਸਾਬ ਨਾਲ ਉਹਨਾਂ ਨੂੰ 121 ਵਿਧਾਨ ਸਭਾ ਸੀਟਾਂ ਬਰਾਬਰ ਜਿੱਤ ਮਿਲੀ ਸੀ ਡੰਡੀ। ਹੁਣ ਘਟ ਕੇ 38.1% ਵੋਟਾਂ ਅਤੇ 77 ਸੀਟਾਂ ਹੀ ਰਹਿ ਗਈਆਂ ਹਨ, ਜਦੋਂ ਕਿ ਮਮਤਾ ਬੈਨਰਜੀ ਦੀ TMC ਨੂੰ 2019 ਵਿੱਚ 43.69% ਵੋਟਾਂ ਮਿਲੀਆਂ ਸਨ, ਜੋ ਹੁਣ ਵੱਧ ਕੇ 48.20% ਹੋ ਗਈਆਂ ਹਨ ਅਤੇ ਸੀਟਾਂ ਵੀ 216 ਤੇ ਪਹੁੰਚ ਗਈਆਂ ਹਨ ਡੰਡੀ। ਅਸਲ ਵਿੱਚ ਇਹ TMC ਦੀ ਅੱਜ ਤੱਕ ਦੀ ਵੋਟ ਫਸੀਦੀ ਅਤੇ ਸੀਟਾਂ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡੀ ਜਿੱਤ ਹੈ ਡੰਡੀ। ਇਸ ਜਿੱਤ ਹਾਰ ਦੇ ਸਭ ਤੋਂ ਵੱਡੇ ਅਰਥ ਤਾਂ ਇਹ ਹਨ ਕਿ ਭਾਜਪਾ ਪੱਛਮੀ ਬੰਗਾਲ ਵਿੱਚ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਬਹੁਗਿਣਤੀ ਦਾ ਪੂਰੀ ਤਰ੍ਹਾਂ ਧਰੁਵੀਕਰਨ ਕਰਨ ਵਿੱਚ ਫੇਲ ਹੋਈ ਤੇ ਦੂਜੇ ਪਾਸੇ ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਵੀ ਬੁਰੀ ਤਰ੍ਹਾਂ ਹਾਰ ਗਈਆਂ ਡੰਡੀ। ਪਰ ਹਾਲਾਂਕਿ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਅਜੇ ਪੰਜਾਬ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਹੋਰ ਕੋਈ ਨੇਤਾ ਨਹੀਂ ਹੈ। ਪਰ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਕੈਪਟਨ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਡੰਡੀ। ਪਹਿਲੀ ਵਾਰ ਹੈ ਕਿ ਕੈਪਟਨ ਦੇ ਸਾਹਮਣੇ ਵਜ਼ੀਰ ਅਤੇ ਵਿਧਾਇਕ ਉਹਨਾਂ ਦੇ ਖਿਲਾਫ ਬੋਲਣ ਦੀ ਜੁਰਤ ਕਰ ਰਹੇ ਹਨ ਡੰਡੀ। ਦੂਜੀ ਮੁਸ਼ਕਲ ਇਹ ਦਿਖਾਈ ਦੇ ਰਹੀ ਹੈ ਕਿ ਇਹ ਭਰੋਸਾ ਵੀ ਨਹੀਂ ਹੈ ਕਿ ਉਹਨਾਂ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਉਹਨਾਂ ਲਈ ਚੋਣ ਰਣਨੀਤੀ ਬਣਾਉਣਗੇ ਕਿ ਨਹੀਂ, ਪ੍ਰਸ਼ਨ ਚਿੰਨ੍ਹ। ਹਾਲਾਂਕਿ ਕੁਝ ਜਾਣਕਾਰ ਹਲਕੇ ਇਹ ਵੀ ਕਹਿੰਦੇ ਹਨ ਕਿ ਇਹ ਸਭ ਕੈਪਟਨ ਅਤੇ PK ਦੀ ਆਪਸੀ ਚਾਲ ਹੈ ਤਾਂ ਜੋ ਹਾਈ ਕਮਾਨ PK ਦੀ ਮਦਦ ਲੈਣ ਲਈ ਕੈਪਟਨ ਨੂੰ ਖੁੱਲ੍ਹੀ ਛੁੱਟੀ ਦੇ ਦੇਵੇ। ਪਰ ਕੁਝ ਹਲਕੇ ਇਹ ਵੀ ਸਮਝਦੇ ਹਨ ਕਿ ਸ਼ਾਇਦ PK ਨੂੰ ਹੀ ਪਹਿਲੇ ਸਰਵੇਖਣ ਤੋਂ ਬਾਅਦ ਇਹ ਅਹਿਸਾਸ ਹੋ ਗਿਆ ਹੋਵੇ ਕਿ ਉਹ ਚਾਹ ਕੇ ਵੀ ਇਸ ਵਾਰ ਕਾਂਗਰਸ ਨੂੰ ਨਹੀਂ ਜਿਤਾ ਸਕਣਗੇ ਡੰਡੀ। ਇਸ ਲਈ ਚੰਗਾ ਹੈ ਕਿ ਉਹ ਕਾਂਗਰਸ ਲਈ ਰਣਨੀਤੀ ਬਣਾਉਣ ਤੋਂ ਦੂਰ ਰਹਿ ਕੇ ਆਪਣਾ ਅਕਸ ਤੇ ਆਪਣੀ ਸਾਖ ਬਚਾ ਲੈਣ। ਪਰ ਸੱਚਾਈ ਕੀ ਹੈ, ਇਹ ਤਾਂ ਸਿਰਫ PK ਅਤੇ ਕੈਪਟਨ ਅਮਰਿੰਦਰ ਸਿੰਘ ਹੀ ਜਾਣਦੇ ਹੋ ਸਕਦੇ ਹਨ ਡੰਡੀ।
ਸਟਾਰਟ। ਪੰਚਸ਼ੀਲ ਦਾ ਸ਼ਬਦ ਪ੍ਰਾਚੀਨ ਗ੍ਰੰਥਾਂ ਵਿੱਚ ਮਹਾਤਮਾ ਬੁੱਧ ਜੀ ਦੇ ਇਤਿਹਾਸ ਵਿੱਚ ਮਿਲਦਾ ਹੈ। ਡੰਡੀ। ਉਹਨਾਂ ਨੇ ਜੋ 5 ਨਿਯਮ ਆਪਣੇ ਸੇਵਕਾਂ ਦੇ ਨਿੱਤ ਵਿਹਾਰ ਲਈ ਨਿਯਤ ਕੀਤੇ ਸਨ, ਉਹਨਾਂ ਨੂੰ ਪੰਚਸ਼ੀਲ ਦਾ ਨਾਂ ਦਿੱਤਾ ਜਾਂਦਾ ਹੈ। ਡੰਡੀ। ਪੰਚ ਦੇ ਅਰਥ ਹਨ 5 ਅਤੇ ਸ਼ੀਲ ਦਾ ਸ਼ਬਦ ਅਰਥ ਹੈ ਵਰਤੋਂ, ਆਚਰਣ ਅਤੇ ਵਿਹਾਰ ਅਰਥਾਤ ਨਿੱਤ ਕਰਮ। ਡੰਡੀ। ਇਉਂ ਮਹਾਤਮਾ ਬੁੱਧ ਜੀ ਨੇ 5 ਮੁੱਖ ਨਿਯਮ ਆਪਣੇ ਸੇਵਕਾਂ ਅਤੇ ਭਿਕਸ਼ੂਆਂ ਦੇ ਨਿੱਤ ਵਿਹਾਰ ਵਾਸਤੇ ਨਿਯਤ ਕੀਤੇ ਸਨ, ਜਿਨ੍ਹਾਂ ਨੂੰ ਪੰਚਸ਼ੀਲ ਦਾ ਨਾਂ ਦਿੱਤਾ ਗਿਆ। ਡੰਡੀ। ਉਹ 5 ਨਿਯਮ ਸੰਖਿਪਤ ਰੂਪ ਵਿੱਚ ਹਨ। ਕਿਸੇ ਨੂੰ ਮਾਰੋ ਨਾ, ਚੋਰੀ ਨਾ ਕਰੋ, ਝੂਠ ਨਾ ਬੋਲੋ, ਨਸ਼ੇ ਆਦਿ ਨਾ ਪੀਓ, ਪਰ ਇਸਤਰੀ ਗਮਨ ਨਾ ਕਰੋ। ਡੰਡੀ। ਪੰਡਿਤ ਜਵਾਹਰ ਲਾਲ ਨਹਿਰੂ ਜਦੋਂ ਇੰਡੋਨੇਸ਼ੀਆ ਗਏ ਤਾਂ ਉੱਥੇ ਉਹਨਾਂ ਨੇ ਇਸ ਸ਼ਬਦ ਦੀ ਵਰਤੋਂ ਇੰਡੋਨੇਸ਼ੀਆ ਦੇ ਸੰਵਿਧਾਨ ਦੇ ਸਬੰਧ ਵਿੱਚ ਹੁੰਦੀ ਵੇਖੀ। ਡੰਡੀ। ਇਸ ਦਾ ਉਹਨਾਂ ਦੇ ਮਨ ਉੱਤੇ ਵਿਸ਼ੇਸ਼ ਹੀ ਪ੍ਰਭਾਵ ਪਿਆ। ਡੰਡੀ। ਇੰਡੋਨੇਸ਼ੀਆ ਦੇ ਰਾਜ ਦੇ ਵਿਧਾਨ ਦੇ 5 ਨਿਯਮ ਨਿਮਨ ਲਿਖਤ ਹਨ, ਜਿਨ੍ਹਾਂ ਨੂੰ ਉਹਨਾਂ ਨੇ ਪੰਚਸ਼ੀਲ ਦਾ ਨਾਂ ਦਿੱਤਾ ਹੈ। ਡੰਡੀ। ਪਰਮਾਤਮਾ ਵਿੱਚ ਭਰੋਸਾ, ਮਾਨਵਤਾ ਦੀ ਭਲਾਈ, ਰਾਸ਼ਟਰੀਅਤਾ, ਗਣਰਾਜ ਅਰਥਾਤ ਲੋਕ ਰਾਜ ਜਾਂ ਲੋਕਤੰਤਰ, ਸਮਾਜਿਕ ਨਿਆਂ। ਡੰਡੀ। ਪਰਾਂ। ਇਹਨਾਂ ਨਿਯਮਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਨਹਿਰੂ ਜੀ ਨੇ ਸੋਚਿਆ ਕਿ ਅੰਤਰਰਾਸ਼ਟਰੀ ਸ਼ਾਂਤੀ ਵਾਸਤੇ ਵੀ ਕੋਈ ਅਜਿਹੇ ਹੀ 5 ਨਿਯਮ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਪੰਚਸ਼ੀਲ ਦਾ ਨਾਂ ਦਿੱਤਾ ਜਾ ਸਕੇ। ਡੰਡੀ। ਸੋ ਉਹਨਾਂ ਨੇ ਇਸ ਮੰਤਵ ਨਾਲ ਜੋ ਪੰਚਸ਼ੀਲ ਨਿਰਮਾਣ ਕੀਤੇ ਉਹ ਇਸ ਤਰ੍ਹਾਂ ਹਨ। ਡੰਡੀ। ਪਰਾਂ। ਹਰ ਦੇਸ਼ ਦੂਜੇ ਦੇਸ਼ਾਂ ਦੀ ਸੁਤੰਤਰਤਾ, ਸਰਵ ਸ਼ਕਤੀਮਾਨਤਾ ਅਤੇ ਪੂਰਨਤਾ ਦਾ ਸਤਿਕਾਰ ਕਰੇ। ਡੰਡੀ। ਇਸ ਦਾ ਭਾਵ ਇਹ ਹੈ ਕਿ ਹਰ ਦੇਸ਼ ਨੂੰ ਸੁਤੰਤਰ ਰਹਿਣ ਦਾ ਪੂਰਾ ਅਧਿਕਾਰ ਹੈ ਅਤੇ ਉਸ ਨੂੰ ਸੁਤੰਤਰਤਾ ਗਵਾਂਢੀ ਦੇਸ਼ਾਂ ਜਾਂ ਸ਼ਤਰੂਆਂ ਤੋਂ ਮੰਗ ਕੇ ਜਾਂ ਉਹਨਾਂ ਦੇ ਤਰਸ ਕਰਕੇ ਨਹੀਂ, ਸਗੋਂ ਆਪਣੇ ਅਧਿਕਾਰ ਕਰਕੇ ਹੀ ਪ੍ਰਾਪਤ ਹੈ। ਡੰਡੀ। ਇਸ ਦਾ ਭਾਵ ਇਹ ਵੀ ਹੈ ਕਿ ਸਾਰਾ ਸੰਸਾਰ ਹਰ ਦੇਸ਼ ਦੀ ਸੁਤੰਤਰਤਾ ਪ੍ਰਵਾਨ ਕਰੇ ਅਤੇ ਇਸ ਤਰ੍ਹਾਂ ਜੇ ਕੋਈ ਸੁਤੰਤਰਤਾ ਨੂੰ ਖੋਹੇ ਤਾਂ ਸਾਰਾ ਸੰਸਾਰ ਖੋਹਣ ਵਾਲੇ ਦੇ ਵਿਰੁੱਧ ਹੋਵੇ। ਡੰਡੀ। ਸਟਾਰਟ। ਜੇ ਕਿਸੇ ਨੂੰ ਗਲਾ, ਖਾਰਸ਼, ਬੁਖਾਰ, ਖੰਘ ਜਾਂ ਬਦਨ ਦਰਦ ਹੈ, ਜ਼ਿਆਦਾ ਥਕਾਨ ਰਹਿੰਦੀ ਹੈ ਤਾਂ ਟੈਸਟ ਕਰਵਾਈਏ। ਡੰਡੀ। ਉਸ ਨੂੰ ਬਾਕੀ ਜੀਆਂ ਨਾਲੋਂ ਵੱਖਰੇ ਕਮਰੇ ਵਿੱਚ ਰੱਖੋ। ਡੰਡੀ। ਉਹ ਹਰ ਵਕਤ ਮਾਸਕ ਪਹਿਨ ਕੇ ਰੱਖੇ। ਡੰਡੀ। ਜੇ ਸੰਭਵ ਹੋਵੇ ਤਾਂ ਆਪਣੇ ਕਮਰੇ ਦਾ ਅੰਦਰ ਖੁੱਲ੍ਹਦਾ ਬੂਹਾ ਬੰਦ ਰੱਖੋ। ਡੰਡੀ। ਉਲਟਾ ਭਾਵ ਪੇਟ ਪਰਨੇ ਲੇਟੇ। ਡੰਡੀ। ਲੰਬੇ ਸਾਹ ਲਵੇ। ਡੰਡੀ। ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਆਪਣਾ ਤਾਪਮਾਨ, ਨਬਜ਼ ਅਤੇ ਪ੍ਰਤੀ ਮਿੰਟ ਸਾਹ ਦੀ ਦਰ ਨੋਟ ਕਰੇ। ਡੰਡੀ। ਜੇ ਆਕਸੀਮੀਟਰ ਹੋਵੇ ਤਾਂ ਦਿਨ ਵਿੱਚ 3 ਵਾਰ ਸੁਬਾਹ, ਦੁਪਹਿਰ, ਸ਼ਾਮ ਆਕਸੀਜਨ ਦੀ ਪੱਧਰ ਨੋਟ ਕਰੇ। ਡੰਡੀ। ਬੁਖਾਰ 100 ਤੋਂ ਵੱਧ ਹੋਣ 'ਤੇ ਜਾਂ ਸਰੀਰ ਵਿੱਚ ਜ਼ਿਆਦਾ ਦਰਦ ਹੋਣ 'ਤੇ ਪੈਰਾਸੀਟਾਮੋਲ 500 ਮਿਲੀਗ੍ਰਾਮ ਦੀ ਗੋਲੀ ਲਵੇ। ਡੰਡੀ। ਦਿਨ ਵਿੱਚ 4 ਵਾਰ ਤੱਕ ਲੋੜ ਅਨੁਸਾਰ ਇਹ ਲਈ ਜਾ ਸਕਦੀ ਹੈ। ਡੰਡੀ। ਵਿਟਾਮਿਨ C 500 ਮਿਲੀਗ੍ਰਾਮ ਦੀ ਗੋਲੀ
ਸਵੇਰ ਸ਼ਾਮ ਤੇ ਵਿਟਾਮਿਨ ਬੀ ਦੀ ਗੋਲੀ ਕੈਪਸੂਲ ਵੀ 1 ਰੋਜ਼, ਜ਼ਿੰਕ ਦੀ ਗੋਲੀ 1 ਰੋਜ਼ ਲਵੇ ਡੰਡੀ। ਗਰਮ ਪਾਣੀ ਦੀ ਭਾਫ਼ ਅਤੇ ਗਰਾਰੇ ਕਰੇ ਡੰਡੀ। ਜੇਕਰ 4-5 ਦਿਨ ਬਿਨਾਂ ਪੈਰਾਸੀਟਾਮੋਲ ਦੇ ਬੁਖਾਰ 100 ਤੋਂ ਉੱਪਰ ਰਹੇ ਤਾਂ ਛਾਤੀ ਦਾ ਐਕਸਰੇ ਕਰਵਾਏ ਅਤੇ ਲੋੜ ਅਨੁਸਾਰ ਡਾਕਟਰ ਦੀ ਰਾਏ ਲਵੇ ਡੰਡੀ। ਸਾਹ ਦੀ ਦਰ 30 ਸਾਹ ਪ੍ਰਤੀ ਮਿੰਟ ਤੋਂ ਜੇ ਵੱਧ ਰਹੇ ਜਾਂ ਸਾਹ ਔਖਾ ਆਵੇ ਤਾਂ ਵੀ ਡਾਕਟਰ ਕੋਲ ਜਾਵੇ ਡੰਡੀ। ਆਕਸੀਜਨ ਦੀ ਪੱਧਰ ਜੇਕਰ 95 ਤੋਂ ਘੱਟ ਲਗਾਤਾਰ ਰਹੇ ਤਾਂ ਵੀ ਡਾਕਟਰੀ ਸਲਾਹ ਲਵੇ ਡੰਡੀ। ਘੜੀ ਵੇਖ ਕੇ 6 ਮਿੰਟ ਆਮ ਚਾਲ 'ਤੇ ਲਗਾਤਾਰ ਚੱਲਣ ਨਾਲ ਜੇ ਆਕਸੀਜਨ ਦੀ ਪੱਧਰ 90 ਤੋਂ ਘੱਟ ਜਾਵੇ ਤਾਂ ਵੈਸੇ ਹੀ 90 ਤੋਂ ਘੱਟ ਹੋਵੇ ਤਾਂ ਆਕਸੀਜਨ ਲਗਾਉਣ ਦੀ ਸਹੂਲਤ ਵਾਲੀ ਮੈਡੀਕਲ ਸੰਸਥਾ ਵਿੱਚ ਦਾਖਲ ਹੋਵੇ ਡੰਡੀ। 95% ਮਰੀਜ਼ ਆਪਣੇ ਆਪ ਠੀਕ ਹੋ ਜਾਂਦੇ ਹਨ ਡੰਡੀ। ਇਸ ਵਾਸਤੇ ਉਹਨਾਂ ਨੂੰ ਬਿਨਾਂ ਕਿਸੇ ਪੁਖਤਾ ਵਿਗਿਆਨਕ ਸਬੂਤ ਦੇ ਕਿਸੇ ਵੀ ਦਵਾਈ ਜਾਂ ਉਪਚਾਰ ਦੇ ਖਾਤੇ ਪਾ ਲਿਆ ਜਾਂਦਾ ਹੈ ਡੰਡੀ। ਭਾਰਤ ਵਿੱਚ ਕਰੀਬ 4 ਲੱਖ ਕੇਸ ਕੋਵਿਡ ਦੇ ਰੋਜ਼ਾਨਾ ਆ ਰਹੇ ਹਨ, ਜਿਸ ਹਿਸਾਬ 20,000 ਕੇਸ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਵਿੱਚ ਡਾਕਟਰੀ ਦੇਖ ਰੇਖ ਹੇਠ ਇਲਾਜ ਦੀ ਲੋੜ ਪੈਂਦੀ ਹੈ ਡੰਡੀ। ਕੋਵਿਡ ਦਾ ਟੀਕਾ ਬੇਸ਼ੱਕ ਕੋਈ ਰਾਮਬਾਣ ਨਹੀਂ, ਪਰ ਇਹ ਟੀਕਾ ਸਾਨੂੰ ਕੋਵਿਡ ਹੋਣ ਤੋਂ ਰੋਕਣ ਦਾ ਕੰਮ ਕਰਦਾ ਹੈ। ਜੇ ਹੋਵੇ ਤਾਂ ਮਾਮੂਲੀ ਲੱਛਣ ਹੋਣਗੇ ਜਾਂ ਕੋਈ ਜਟਿਲਤਾ ਨਹੀਂ ਹੋਵੇਗੀ ਜਾਂ ਮੌਤ ਨਹੀਂ ਹੋਵੇਗੀ ਡੰਡੀ। ਇਸ ਲਈ ਕੋਵੀਸ਼ੀਲਡ ਅਤੇ ਕੋਵੈਕਸੀਨ ਜਾਂ ਸਪੁਤਨਿਕ ਵੀ ਜੇ ਆ ਜਾਵੇ, ਜੋ ਕੋਈ ਉਪਲਬਧ ਹੋਵੇ, ਲਵਾ ਲਓ ਡੰਡੀ। 2 ਖੁਰਾਕਾਂ ਕੋਵੀਸ਼ੀਲਡ ਦੀਆਂ 6-8 ਹਫ਼ਤੇ ਦੇ ਵਕਫੇ 'ਤੇ ਅਤੇ ਕੋਵੈਕਸੀਨ ਦੀਆਂ 4 ਹਫ਼ਤੇ ਦੇ ਵਕਫੇ 'ਤੇ ਲਗਾਈਆਂ ਜਾ ਰਹੀਆਂ ਹਨ ਡੰਡੀ। ਪਹਿਲੀ ਖੁਰਾਕ ਤੋਂ ਬਾਅਦ ਰੋਗ ਰੋਧਕਤਾ ਬਣ ਰਹੀ ਹੁੰਦੀ ਹੈ, ਇਸ ਲਈ ਮਾਸਕ ਪਹਿਨੋ ਤੇ ਜ਼ਿਆਦਾ ਬਾਹਰ ਨਾ ਜਾਓ। ਦੂਜੀ ਖੁਰਾਕ ਤੋਂ ਵੀ 2 ਹਫ਼ਤੇ ਬਾਅਦ ਹੀ ਰੋਗ ਰੋਧਕਤਾ ਪੂਰਨ ਹੁੰਦੀ ਹੈ ਡੰਡੀ। ਇਸ ਲਈ 2-2.5 ਮਹੀਨੇ ਬਾਅਦ ਹੀ ਟੀਕਾ ਪ੍ਰਭਾਵੀ ਹੋਵੇਗਾ ਡੰਡੀ। ਟੀਕਾ ਕਰੋਨਾ ਵਾਇਰਸ ਨੂੰ ਸਰੀਰ ਅੰਦਰ ਜਾਣ ਤੋਂ ਨਹੀਂ ਰੋਕਦਾ, ਇਸ ਲਈ ਮਾਸਕ ਬੰਨ੍ਹਣਾ ਜ਼ਰੂਰੀ ਹੈ। ਜਦਕਿ 60% ਲੋਕਾਂ ਦਾ ਟੀਕਾਕਰਨ ਨਹੀਂ ਹੋ ਜਾਂਦਾ ਜਾਂ ਕੋਵਿਡ ਹੋ ਕੇ ਰੋਗ ਰੋਧਕਤਾ ਨਹੀਂ ਬਣ ਜਾਂਦੀ ਡੰਡੀ। ਪਰ ਸਰਕਾਰ ਨੇ ਤਾਂ ਕੋਵਿਡ ਟੀਕਾਕਰਨ ਵਿੱਚ ਵੀ ਮਾੜੇ ਪ੍ਰਬੰਧ ਕਰਕੇ ਜਲੂਸ ਕੱਢ ਦਿੱਤਾ ਹੈ ਡੰਡੀ। ਪੰਜਾਬ ਸਰਕਾਰ ਨੇ ਬਿਨਾਂ ਸੋਚੇ ਸਮਝੇ ਮੰਗ ਕਰ ਦਿੱਤੀ ਹੈ ਕਿ ਰਾਜ ਦੇ 18 ਤੋਂ 45 ਸਾਲ ਦੀ ਉਮਰ ਦੇ 1,38,00,000 ਲੋਕਾਂ ਦਾ ਵੀ ਟੀਕਾਕਰਨ ਕੀਤਾ ਜਾਵੇ ਡੰਡੀ। ਜੇ ਕਿਸੇ ਪਾਸ ਸਮਾਂ ਹੋਵੇ ਅਤੇ ਨਾਲ ਹੀ ਪੈਸਾ ਖਰਚ ਕਰਨ ਦੀ ਸਮਰੱਥਾ ਹੋਵੇ ਤਾਂ ਗਰਮੀਆਂ ਵਿੱਚ ਪਹਾੜਾਂ ਦੀ ਸੈਰ ਵਰਗਾ ਆਨੰਦ ਸ਼ਾਇਦ ਹੀ ਕਿਸੇ ਹੋਰ ਚੀਜ਼ ਪਾਸੋਂ ਮਿਲ ਸਕਦਾ ਹੈ ਡੰਡੀ। ਇਹ ਸੈਰ ਕੇਵਲ ਆਤਮਾ ਲਈ ਹੀ ਆਨੰਦਮਈ ਨਹੀਂ ਹੁੰਦੀ, ਸਗੋਂ ਦੇਹ ਅਰੋਗਤਾ ਲਈ ਵੀ ਬੜੀ ਵਧੀਆ ਹੈ ਡੰਡੀ। ਮਈ-ਜੂਨ ਦੇ ਮਹੀਨੇ ਜਦੋਂ ਮੈਦਾਨਾਂ ਵਿੱਚ ਅੱਗ ਵਰ ਰਹੀ ਹੁੰਦੀ ਹੈ ਅਤੇ ਗਰਮ ਲੂ ਨਾਲ ਮਨੁੱਖੀ ਸਰੀਰ ਝੁਲਸੇ ਜਾ ਰਹੇ ਹੁੰਦੇ ਹਨ, ਉਦੋਂ
ਪਹਾੜਾਂ ਵਿੱਚ ਜਾ ਕੇ ਵੇਖੋ ਤਾਂ ਉੱਥੋਂ ਦੀ ਸ਼ੀਤਲ ਹਵਾ ਨਾ ਕੇਵਲ ਜਿਸਮ ਨੂੰ ਹੀ ਠਾਰਦੀ ਹੈ, ਸਗੋਂ ਆਤਮਾ ਨੂੰ ਵੀ ਸੰਤੁਲਤਾ ਅਤੇ ਸ਼ਾਂਤੀ ਬਖਸ਼ਦੀ ਹੈ। ਡੰਡੀ ਕੰਮਾਂ ਕਾਰਾਂ ਵਿੱਚ ਉਲਝੇ ਹੋਏ ਇਨਸਾਨ ਦੀ ਰੂਹ ਜਦੋਂ ਥੱਕ ਟੁੱਟ ਕੇ ਚੂਰ ਹੋ ਜਾਂਦੀ ਹੈ ਤਾਂ ਸ਼ਹਿਰਾਂ ਦੀ ਖੱਚ ਖੱਚ ਤੋਂ ਦੂਰ ਕਿਸੇ ਸ਼ਾਂਤ ਪਹਾੜ ਦੀ ਟੀਸੀ ਉੱਤੇ ਜਾ ਕੇ ਸ਼ਾਂਤੀ ਲੱਭਦੀ ਹੈ। ਡੰਡੀ ਇਹ ਇੱਕ ਠੋਸ ਸੱਚਾਈ ਹੈ ਕਿ ਥੋੜ੍ਹੇ ਜਿਹੇ ਦਿਨਾਂ ਦੀ ਪਹਾੜ ਦੀ ਸੈਰ ਚੂਰ ਚੂਰ ਹੋਏ ਮਨੁੱਖ ਨੂੰ ਫਿਰ ਨਵਾਂ ਨਰੋਆ ਕਰ ਦਿੰਦੀ ਹੈ। ਡੰਡੀ ਉਹ ਤਾਜ਼ਾ ਦਮ ਹੋ ਕੇ ਜੀਵਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਬੜੇ ਸਾਹਸ ਨਾਲ ਕਰਨ ਦੇ ਯੋਗ ਹੋ ਜਾਂਦਾ ਹੈ। ਡੰਡੀ ਪਹਾੜਾਂ ਵਿੱਚ ਜੜੀਆਂ ਬੂਟੀਆਂ ਅਤੇ ਖਾਣਾ ਆਮ ਮਿਲਦੀਆਂ ਹਨ, ਜਿਹੜੀਆਂ ਬੜੀਆਂ ਹੀ ਗੁਣਕਾਰੀ ਅਤੇ ਲਾਭਦਾਇਕ ਹੁੰਦੀਆਂ ਹਨ। ਡੰਡੀ ਪਹਾੜਾਂ ਉੱਤੇ ਲੋਕ ਵੱਖ ਵੱਖ ਮੰਤਵਾਂ ਨੂੰ ਮੁੱਖ ਰੱਖ ਕੇ ਜਾਂਦੇ ਹਨ। ਡੰਡੀ ਇਸ ਤਰ੍ਹਾਂ ਇੱਕ ਤਾਂ ਉਹਨਾਂ ਦੇ ਮੰਤਵ ਦੀ ਪੂਰਤੀ ਹੋ ਜਾਂਦੀ ਹੈ ਅਤੇ ਦੂਜਾ ਉਹ ਸੈਰ ਵੀ ਕਰ ਆਉਂਦੇ ਹਨ। ਡੰਡੀ ਕੁਦਰਤ ਦੀ ਬਖਸ਼ਿਸ਼ ਨਾਲ ਪਹਾੜਾਂ ਉੱਤੇ ਬਹੁਤ ਠੰਡ ਹੁੰਦੀ ਹੈ। ਡੰਡੀ ਗਰਮੀਆਂ ਵਿੱਚ ਜਿਸ ਵੇਲੇ ਮੈਦਾਨੀ ਇਲਾਕਿਆਂ ਵਿੱਚ ਧਰਤੀ ਤੱਤੀ ਰੇਤ ਵਾਂਗ ਤਪਦੀ ਹੈ ਅਤੇ ਗਰਮ ਲੂ ਵਗਦੀ ਹੈ, ਉਸ ਵੇਲੇ ਪਹਾੜੀ ਹਿੱਸਿਆਂ ਵਿੱਚ ਮੀਂਹ ਪੈਂਦੇ ਹਨ। ਡੰਡੀ ਠੰਡੀ ਠੰਡੀ ਹਵਾ ਰੁਮਕਦੀ ਹੈ ਅਤੇ ਇਸ ਤਰ੍ਹਾਂ ਸਾਰਾ ਨਜ਼ਾਰਾ ਅਤਿ ਰਮਣੀਕ ਹੋ ਜਾਂਦਾ ਹੈ। ਡੰਡੀ ਪਹਾੜਾਂ ਦੀ ਉਤਰਾਈ ਚੜ੍ਹਾਈ ਵਿੱਚ ਸੈਰ ਕਰਨ ਨਾਲ ਮਨ ਬਹੁਤ ਪ੍ਰਸੰਨ ਹੁੰਦਾ ਹੈ ਅਤੇ ਜੋ ਖਾਈ ਜਾਓ ਹਜ਼ਮ ਹੁੰਦਾ ਜਾਂਦਾ ਹੈ। ਵਪਾਰੀ ਲੋਕ ਵਪਾਰ ਨੂੰ ਮੁੱਖ ਰੱਖ ਕੇ ਪਹਾੜਾਂ ਉੱਤੇ ਜਾਂਦੇ ਹਨ। ਡੰਡੀ ਜਿਹੜੀਆਂ ਚੀਜ਼ਾਂ ਮੈਦਾਨੀ ਇਲਾਕਿਆਂ ਵਿੱਚ ਸਸਤੀਆਂ ਹੁੰਦੀਆਂ ਹਨ ਉਹ ਪਹਾੜੀ ਇਲਾਕਿਆਂ ਵੱਲ ਲੈ ਜਾਂਦੇ ਹਨ ਅਤੇ ਉੱਧਰੋਂ ਸਸਤੀਆਂ ਚੀਜ਼ਾਂ ਮੈਦਾਨੀ ਹਿੱਸਿਆਂ ਵਿੱਚ ਲਿਆ ਕੇ ਲਾਭ ਕਮਾਉਂਦੇ ਹਨ ਅਤੇ ਇਸ ਤਰ੍ਹਾਂ ਉਹ ਸੈਰ ਵੀ ਕਰ ਆਉਂਦੇ ਹਨ। ਡੰਡੀ ਭਿਆਨਕ ਬਿਮਾਰੀਆਂ ਦੇ ਰੋਗੀ ਵੀ ਆਪਣੀ ਸਿਹਤ ਅਤੇ ਅਰੋਗਤਾ ਲਈ ਪਹਾੜਾਂ ਉੱਤੇ ਜਾਂਦੇ ਹਨ। ਡੰਡੀ ਤਪਦਿਕ ਦੇ ਰੋਗੀਆਂ ਨੂੰ ਗਰਮੀ ਦੇ ਦਿਨਾਂ ਵਿੱਚ ਪਹਾੜਾਂ ਉੱਤੇ ਜਾਣ ਲਈ ਡਾਕਟਰ ਆਮ ਕਰਕੇ ਇਹੀ ਰਾਏ ਦਿੰਦੇ ਹਨ, ਕਿਉਂਕਿ ਇੱਥੋਂ ਦੀ ਠੰਡੀ ਹਵਾ ਅਤੇ ਫਲਾਂ ਫੁੱਲਾਂ ਦੀ ਵਰਤੋਂ ਉਹਨਾਂ ਦੇ ਰੋਗ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀ ਹੈ। ਡੰਡੀ ਸੋ ਬਿਮਾਰਾਂ ਲਈ ਪਹਾੜਾਂ ਦੀ ਸੈਰ ਤਾਂ ਬਹੁਤ ਹੀ ਉਪਯੋਗੀ ਹੈ। ਡੰਡੀ ਵੱਡੇ ਵੱਡੇ ਹਕੀਮ ਸੰਨਿਆਸੀ ਅਤੇ ਖੋਜੀ ਪਹਾੜਾਂ ਉੱਤੇ ਜੜੀਆਂ ਬੂਟੀਆਂ ਅਤੇ ਖਾਣਾਂ ਦੀ ਖੋਜ ਲਈ ਆਮ ਕਰਕੇ ਜਾਂਦੇ ਹਨ। ਡੰਡੀ ਇਸੇ ਤਰ੍ਹਾਂ ਵਿਗਿਆਨੀ ਸੋਨਾ ਚਾਂਦੀ ਮਿੱਟੀ ਦਾ ਤੇਲ ਅਤੇ ਪੈਟਰੋਲ ਆਦਿ ਦੀਆਂ ਖਾਣਾਂ ਦੀ ਖੋਜ ਕਰਕੇ ਦੇਸ਼ ਦੀ ਉੱਨਤੀ ਵਿੱਚ ਮੁਨਾਸਬ ਯੋਗਦਾਨ ਪਾਉਂਦੇ ਹਨ। ਡੰਡੀ ਪਹਾੜਾਂ ਵਿੱਚੋਂ ਐਸੀਆਂ ਜੜੀਆਂ ਬੂਟੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਯੋਗ ਪ੍ਰਯੋਗ ਨਾਲ ਹਜ਼ਾਰਾਂ ਰੋਗਾਂ ਦਾ ਇਲਾਜ ਹੋ ਜਾਂਦਾ ਹੈ। ਡੰਡੀ ਸੋ ਪਹਾੜਾਂ ਦੀ ਸੈਰ ਸਾਡੀ ਅਰੋਗਤਾ ਲਈ, ਸਿਹਤ ਅਤੇ ਪ੍ਰਸੰਨਤਾ ਲਈ ਬਹੁਤ ਹੀ ਉਪਯੋਗੀ ਹੈ। ਡੰਡੀ ਅੱਜ
ਭਾਰਤ ਦੀਆਂ ਵਧੇਰੇ ਅਬਲਾਵਾਂ ਸਾਰਾ ਦਿਨ ਔਖੇ ਤੋਂ ਔਖਾ ਕੰਮ ਕਰਕੇ ਜੀਵਨ ਨਿਰਵਾਹ ਕਰ ਰਹੀਆਂ ਹਨ। ਡੰਡੀ ਪਿੰਡਾਂ ਵਿੱਚ ਤਾਂ ਸਾਰਾ ਦਿਨ ਦੁਰਗਮ ਕੰਮਾਂ ਵਿੱਚ ਰੁੱਝੇ ਰਹਿਣ ਤੋਂ ਮਗਰੋਂ ਵੀ ਉਹਨਾਂ ਨੂੰ ਨਿਜਾਤ ਕਿੱਥੇ। ਡੰਡੀ ਘਰ ਦਾ ਚੁੱਲ੍ਹੇ ਚੌਂਕੇ ਦਾ ਕੰਮ ਵੀ ਉਹਨਾਂ ਲਈ ਘੱਟ ਜਾਨਲੇਵਾ ਨਹੀਂ। ਡੰਡੀ ਗਿੱਲੇ ਗੋਹੇ ਤੇ ਅੱਧ ਸੁੱਕੀਆਂ ਲੱਕੜਾਂ ਬਾਲ ਕੇ ਉਹਨਾਂ ਦੀਆਂ ਧੂੰਏਂ ਨਾਲ ਅੱਖਾਂ ਖਰਾਬ ਹੋ ਚੁੱਕੀਆਂ ਹਨ। ਡੰਡੀ ਜ਼ਫਰ ਜਾਲਣਾ ਤੇ ਵਕਤ ਨੂੰ ਧੱਕਾ ਦੇਣਾ ਜ਼ਿੰਦਗੀ ਦੇ ਅੰਤਿਮ ਸਵਾਸ ਤੱਕ ਉਹਨਾਂ ਦੀ ਗੁੱਤ ਨਾਲ ਬੱਝਿਆ ਹੋਇਆ ਹੈ। ਡੰਡੀ ਅੱਜ ਔਰਤਾਂ ਦੀ ਹਰ ਪ੍ਰਕਾਰ ਦੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਦੇ ਆਪਣੇ ਹੀ ਘਰ ਜੇ ਧੀ ਜਾਂ ਪੋਤਰੀ ਜੰਮ ਪਵੇ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਸਵਾਦ ਕੜਵਾ ਤੇ ਰੁੱਖਾ ਲੱਗਣ ਲੱਗ ਜਾਂਦਾ ਹੈ। ਡੰਡੀ ਚਾਰ ਪੁੱਤਰਾਂ ਦੇ ਨਾਲ ਜੇ ਕਿਸੇ ਪਰਿਵਾਰ ਵਿੱਚ ਇੱਕ ਵੀ ਧੀ ਜੰਮ ਪਵੇ ਤਾਂ ਉਸ ਨਾਲ ਖਾਣ ਪਾਨ ਤੇ ਚੜ੍ਹਾਉਣ ਵਿੱਚ ਕੀਤਾ ਜਾਣ ਵਾਲਾ ਵਿਤਕਰਾ ਹਰ ਕਿਸੇ ਨੂੰ ਸਹਿਜ ਸੁਭਾਏ ਪਹਿਲੀ ਦੇਖਣੀ ਵਿੱਚ ਹੀ ਦਿਖ ਜਾਵੇਗਾ। ਡੰਡੀ ਇੱਥੋਂ ਤੱਕ ਕਿ ਘਰ ਵਿੱਚ ਲੜਕੀ ਦੇ ਜੰਮਣ ਨਾਲ ਹੀ ਪਰਿਵਾਰ ਦੀਆਂ ਆਸਾਂ ਉਮੀਦਾਂ ਦਾ ਮਹਿਲ ਡਿੱਗਣ ਲੱਗ ਜਾਂਦਾ ਹੈ। ਡੰਡੀ ਕੋਈ ਵਿਰਲਾ ਪੜ੍ਹਿਆ ਲਿਖਿਆ ਪਰਿਵਾਰ ਹੀ ਬੱਚੀ ਦੇ ਜਨਮ ਉੱਤੇ ਪ੍ਰਸੰਨ ਹੁੰਦਾ ਹੋਵੇਗਾ, ਪਰ ਅਜਿਹੇ ਲੋਕਾਂ ਦੀ ਗਿਣਤੀ ਸਮੁੱਚੇ ਵਿਸ਼ਾਲ ਭਾਰਤ ਵਿੱਚ ਔਰਤਾਂ ਨੂੰ ਘਟੀਆ ਵਸਤ ਸਮਝਣ ਵਾਲੇ ਲੋਕਾਂ ਦੇ ਮੁਕਾਬਲੇ ਵਿੱਚ ਇਤਨੀ ਵੀ ਨਹੀਂ ਜਿਤਨਾ ਕਿ ਆਟੇ ਵਿੱਚ ਲੂਣ ਹੋਵੇ। ਡੰਡੀ ਅਸੀਂ ਆਮ ਵੇਖਦੇ ਹਾਂ ਕਿ ਘਰ ਵਿੱਚ ਔਖ ਸੌਖ ਕੱਟ ਕੇ ਜੇ ਕਿਧਰੇ 3-4 ਹਜ਼ਾਰ ਰੁਪਇਆ ਜੁੜ ਵੀ ਜਾਵੇ ਤਾਂ ਉਸ ਦੀ ਵਰਤੋਂ ਪੁਰਸ਼ ਵਰਗ ਦੀ ਸਹੂਲਤ ਲਈ ਹੀ ਕੀਤੀ ਜਾਣੀ ਯਕੀਨੀ ਤੇ ਜ਼ਰੂਰੀ ਹੁੰਦੀ ਹੈ। ਡੰਡੀ ਮਰਦ ਇਸ ਰਕਮ ਨੂੰ ਸੈਕੰਡ ਹੈਂਡ ਸਕੂਟਰ ਖਰੀਦ ਕੇ ਆਪਣੇ ਸੁੱਖ ਵਿੱਚ ਵਾਧਾ ਕਰਨ ਵਿੱਚ ਲਗਾਉਣਾ ਪਸੰਦ ਕਰੇਗਾ। ਡੰਡੀ ਪਰ ਇਸ ਰਕਮ ਨਾਲ ਰੋਟੀ ਪਕਾਉਣ ਵਾਲੀ ਗੈਸ ਤੇ ਚੁੱਲ੍ਹਾ ਲੈ ਕੇ ਔਰਤ ਦੇ ਸੁੱਖ ਤੇ ਬਾਲਣ ਦੀ ਬੱਚਤ ਦੇ ਪ੍ਰੋਗਰਾਮ ਨੂੰ 1 ਸਕਿੰਟ ਲਈ ਵੀ ਅਮਲੀ ਜਾਮਾ ਪਹਿਨਾਉਣ ਲਈ ਨਹੀਂ ਸੋਚੇਗਾ। ਡੰਡੀ ਇਸ ਦਾ ਕਾਰਨ ਇਹੀ ਹੈ ਕਿ ਔਰਤ ਸਰੀਰਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਤੇ ਸਦੀਆਂ ਤੋਂ ਮਨੁੱਖ ਦੀ ਆਰਥਿਕ ਤੇ ਸਮਾਜਿਕ ਗੁਲਾਮੀ ਅਧੀਨ ਹੋਣ ਕਾਰਨ ਬਰਾਬਰੀ ਤਾਂ ਇੱਕ ਪਾਸੇ ਨੌਕਰਾਣੀ ਤੋਂ ਉੱਤੇ ਦੀ ਹਸਤੀ ਵੀ ਨਹੀਂ ਰੱਖਦੀ। ਡੰਡੀ ਆਮ ਘਰਾਂ ਦੀਆਂ ਔਰਤਾਂ ਨਿੱਕੇ ਮੋਟੇ ਕੰਮ ਕਰਕੇ ਸਿਲਾਈ ਬੁਣਾਈ ਤੇ ਕਤਾਈ ਕਰਕੇ ਲੋਕਾਂ ਦੇ ਘਰਾਂ ਦੇ ਭਾਂਡੇ ਮਾਂਜ ਕੇ ਕੱਪੜੇ ਧੋ ਕੇ ਜਾਂ ਨਿੱਕਾ ਮੋਟਾ ਕੰਮ ਕਰਕੇ ਕੁਝ ਰੁਪਏ ਕਮਾ ਲੈਂਦੀਆਂ ਹਨ, ਜਿਨ੍ਹਾਂ ਦੀ ਮਰਦ ਮਿੰਟਾਂ ਸਕਿੰਟਾਂ ਵਿੱਚ ਸ਼ਰਾਬ ਜੂਏ ਜਾਂ ਆਪਣੀ ਨਿੱਜੀ ਅਯਾਸ਼ੀ ਵਿੱਚ ਉਡਾ ਦੇਣ ਵਿੱਚ ਜ਼ਰਾ ਵੀ ਨਹੀਂ ਝਕਦੇ। ਪਰ ਅਫਸੋਸ ਦੀ ਗੱਲ ਹੈ ਕਿ ਨਤਾਣੀ ਔਰਤ ਇਸ ਵਧੀਕੀ ਤੇ ਸੀ ਵੀ ਨਹੀਂ ਕਰ ਸਕਦੀ। ਡੰਡੀ ਇਸ ਦਾ ਕਾਰਨ ਵੀ ਇਹੀ ਹੈ ਕਿ ਔਰਤ ਦੇ ਦਿਲ ਵਿੱਚ ਮਰਦ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਪ੍ਰਤੀ ਮਮਤਾ ਤੇ ਉਹ ਕਿਸੇ ਵੀ ਹਾਲਤ ਵਿੱਚ ਉਹਨਾਂ ਨੂੰ ਦੁਖੀ ਨਹੀਂ ਦੇਖ ਸਕਦੀ। ਡੰਡੀ ਪੁਰਸ਼ ਉਸ ਦੀ ਇਸ ਕਮਜ਼ੋਰੀ ਤੋਂ ਵੀ ਨਜਾਇਜ਼ ਫਾਇਦਾ ਉਠਾਉਣੋਂ ਨਹੀਂ ਟਲਦਾ। ਡੰਡੀ ਇਸ ਲਈ ਜੇ ਅਸੀਂ 21ਵੀਂ ਸਦੀ ਵਿੱਚ ਪ੍ਰਵੇਸ਼ ਕਰਨਾ ਹੈ ਤਾਂ ਸਾਨੂੰ ਹੋਰ ਗੱਲਾਂ ਦੇ ਨਾਲ ਮਹਿਲਾ ਵਰਗ ਦੀ ਵੀ ਬਾਂਹ ਫੜ ਕੇ ਇਸ ਨੂੰ ਆਪਣੇ ਨਾਲ ਲੈ ਜਾਣ ਦਾ ਵੀ ਹਰ ਹੀਲਾ ਕਰਨਾ ਹੀ ਪਵੇਗਾ। ਡੰਡੀ ਸਟਾਰਟ ਪਿਛਲੇ
23 ਹਫ਼ਤਿਆਂ ਦੌਰਾਨ ਕੋਵਿਡ-19 ਦੇ ਮਾਮਲਿਆਂ ਦੇ ਵੱਡੇ ਵਾਧੇ ਨੇ ਦੇਸ਼ ਸਾਹਮਣੇ ਇੱਕ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਡੰਡੀ ਸਥਿਤੀ ਦੀ ਹੰਗਾਮੀ ਹਾਲਤ ਨੂੰ ਭਾਂਪਦਿਆਂ ਸਰਕਾਰੀ ਮਸ਼ੀਨਰੀ ਤੁਰੰਤ ਹਰਕਤ 'ਚ ਆ ਗਈ ਅਤੇ ਹਰ ਸੰਭਵ ਵਸੀਲਿਆਂ ਨੂੰ ਲਾਮਬੰਦ ਕੀਤਾ। ਡੰਡੀ ਵਿਗਿਆਨਕ ਭਾਈਚਾਰੇ, ਸਿਹਤ ਪੇਸ਼ੇਵਰਾਂ, ਸਿਵਲ ਪ੍ਰਸ਼ਾਸਨ ਵੱਲੋਂ ਇਕਜੁੱਟ ਹੋ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਰੱਖਿਆ ਬਲ ਵੀ ਇੱਕ ਅਦਿੱਖ ਪਰ ਡਾਢੇ ਖਤਰਨਾਕ ਦੁਸ਼ਮਣ ਵਿਰੁੱਧ ਇਸ ਜੰਗ ਵਿੱਚ ਆ ਡਟੇ ਹਨ। ਡੰਡੀ ਭਾਰਤੀ ਥਲ ਸੈਨਾ, ਹਵਾਈ ਸੈਨਾ, ਜਲ ਸੈਨਾ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੰਗਠਨ ਜਿਵੇਂ ਕਿ DGAFMS ਗਤੀਸ਼ੀਲਤਾ ਨਵੀਆਂ ਕੋਵਿਡ ਸਹੂਲਤਾਂ ਦੀ ਸਥਾਪਨਾ ਕੀਤੀ ਹੈ। ਡੰਡੀ ਭਾਰਤੀ ਹਵਾਈ ਸੈਨਾ ਦੇ ਟਰਾਂਸਪੋਰਟ ਹਵਾਈ ਜਹਾਜ਼ਾਂ ਦੇ INS ਬੇੜਿਆਂ ਵੱਲੋਂ ਮਿੱਤਰ ਦੇਸ਼ਾਂ ਤੋਂ ਅਤੇ ਦੇਸ਼ ਦੇ ਅੰਦਰੋਂ ਆਕਸੀਜਨ ਦੀ ਸਪਲਾਈ ਦੀ ਸਹੂਲਤ 'ਚ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਨਵੇਂ ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ। ਰੱਖਿਆ ਮੰਤਰਾਲੇ ਵੱਲੋਂ ਅਜਿਹੀਆਂ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਡੰਡੀ ਭਰਾ ਮੈਂ ਰੱਖਿਆ ਬਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਮੈਂ ਇਸ ਸੰਕਟ ਦੌਰਾਨ ਸ਼ਹਿਰੀ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰਨ। ਡੰਡੀ ਲੋਕਾਂ ਦਾ ਹਥਿਆਰਬੰਦ ਬਲਾਂ ਦੀਆਂ ਸਮਰੱਥਾਵਾਂ 'ਚ ਬਹੁਤ ਜ਼ਿਆਦਾ ਵਿਸ਼ਵਾਸ ਅਤੇ ਭਰੋਸਾ ਹੈ। ਡੰਡੀ ਹਥਿਆਰਬੰਦ ਬਲਾਂ ਨੂੰ ਐਮਰਜੈਂਸੀ ਵਿੱਤੀ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਸਨ ਤਾਂ ਜੋ ਫਾਰਮੇਸ਼ਨ, ਕਮਾਂਡਰਜ਼, ਕੁਆਰੰਟਾਈਨ ਸੁਵਿਧਾਵਾਂ, ਹਸਪਤਾਲ ਸਥਾਪਿਤ ਅਤੇ ਸੰਚਾਲਿਤ ਕਰ ਸਕਣ ਅਤੇ ਉਪਕਰਨ, ਵਸਤਾਂ ਸਮੱਗਰੀਆਂ ਦੀ ਖਰੀਦਦਾਰੀ ਮੁਰੰਮਤ ਕਰ ਸਕਣ ਅਤੇ ਮਹਾਂਮਾਰੀ ਵਿਰੁੱਧ ਚੱਲ ਰਹੀਆਂ ਕੋਸ਼ਿਸ਼ਾਂ ਵਿੱਚ ਲੋੜੀਂਦੇ ਸਹਾਇਤਾ ਕਾਰਜ ਕਰ ਸਕਣ ਅਤੇ ਵਿਭਿੰਨ ਸੇਵਾਵਾਂ ਦੀ ਵਿਵਸਥਾ ਵੀ ਕਰਦੇ ਰਹਿ ਸਕਣ। ਡੰਡੀ ਇਹ ਸ਼ਕਤੀਆਂ ਜਲ ਸੈਨਾ ਦੇ ਕਮਾਂਡ, ਮੈਡੀਕਲ ਅਧਿਕਾਰੀਆਂ ਅਤੇ ਹਵਾਈ ਫੌਜ ਦੇ ਪ੍ਰਿੰਸੀਪਲ ਮੈਡੀਕਲ ਅਧਿਕਾਰੀਆਂ, ਮੇਜਰ ਜਨਰਲ ਅਤੇ ਸਮਾਨ ਬ੍ਰਿਗੇਡੀਅਰਜ਼ ਅਤੇ ਸਮਾਨ ਸਮੇਤ ਡਾਇਰੈਕਟਰ ਜਨਰਲ ਮੈਡੀਕਲ ਸਰਵਿਸਿਜ਼, ਥਲ ਸੈਨਾ, ਜਲ ਸੈਨਾ, ਹਵਾਈ ਸੈਨਾ, ਥਲ ਸੈਨਾ, ਜਲ ਸੈਨਾ, ਹਵਾਈ ਸੈਨਾ, ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਜੁਆਇੰਟ ਸਟਾਫ ਦੇ ਫਾਰਮੇਸ਼ਨ ਕਮਾਂਡ ਹੈੱਡਕੁਆਰਟਰਜ਼ 'ਚ ਮੈਡੀਕਲ ਸ਼ਾਖਾਵਾਂ ਦੇ ਮੁਖੀ ਨੂੰ ਦਿੱਤੀਆਂ ਐਮਰਜੈਂਸੀ ਵਿੱਤੀ ਸ਼ਕਤੀਆਂ ਤੋਂ ਇਲਾਵਾ ਹਨ। ਡੰਡੀ ਆਰਮਡ ਫੋਰਸਿਜ਼, ਮੈਡੀਕਲ ਸਰਵਿਸਿਜ਼, ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਜਨਤਕ ਖੇਤਰ ਦੇ ਰੱਖਿਆ ਅਦਾਰਿਆਂ ਅਤੇ ਕੰਟੇਨਮੈਂਟ ਬੋਰਡਜ਼ ਨੇ ਕੋਵਿਡ ਦੇਖਭਾਲ ਲਈ ਤਿਆਰ ਮੈਡੀਕਲ ਸਹੂਲਤਾਂ ਦੀ ਤੁਰੰਤ ਲੋੜ ਦੀ ਪੂਰਤੀ ਲਈ ਦਿੱਲੀ, ਲਖਨਊ, ਬੰਗਲੁਰੂ, ਪਟਨਾ ਅਤੇ ਹੋਰਨਾਂ ਸਥਾਨਾਂ ਉੱਤੇ ਕੋਵਿਡ ਹਸਪਤਾਲ ਸਹੂਲਤਾਂ ਸਥਾਪਿਤ ਕੀਤੀਆਂ ਹਨ ਅਤੇ ਸੰਬੰਧਿਤ ਰਾਜ ਸਰਕਾਰਾਂ ਦੀ ਬੇਨਤੀ ਅਨੁਸਾਰ ਹੋਰ ਸ਼ਹਿਰਾਂ ਵਿੱਚ ਹੋਰ ਅਜਿਹੀਆਂ ਸਹੂਲਤਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਡੰਡੀ ਵੱਖ ਵੱਖ ਮਿਲਟਰੀ ਹਸਪਤਾਲਾਂ ਵਿੱਚ ਲਗਭਗ 750 ਬਿਸਤਰੇ
ਆਮ ਸ਼ਹਿਰੀਆਂ ਦੀ ਵਰਤੋਂ ਲਈ ਰੱਖੇ ਗਏ ਹਨ, ਜਦਕਿ AFMS ਨੇ ਵੀ 19 ਹਸਪਤਾਲ, 4000 ਤੋਂ ਵੱਧ ਬਿਸਤਰੇ ਅਤੇ 585 ICU ਇਕਾਈਆਂ ਪੂਰੇ ਦੇਸ਼ ਵਿੱਚ ਸਮਰਪਿਤ ਕੀਤੀਆਂ ਹਨ। ਡੰਡੀ ਦਿੱਲੀ ਦਾ ਬੇਸ ਹਸਪਤਾਲ ਕੋਵਿਡ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦੀ ਸਮਰੱਥਾ 400 ਤੋਂ ਵਧਾ ਕੇ 1000 ਬਿਸਤਰੇ ਕੀਤੀ ਜਾ ਰਹੀ ਹੈ। ਡੰਡੀ ਸਟਾਰਟ। ਪਿਛਲੇ ਸਾਲ ਜਦੋਂ ਕਰੋਨਾ ਮਹਾਮਾਰੀ ਨੇ ਲੋਕਾਂ 'ਤੇ ਆਪਣਾ ਕਹਿਰ ਢਾਉਣਾ ਸ਼ੁਰੂ ਕੀਤਾ ਸੀ ਤਾਂ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਸਵਾਗਤ ਵਿੱਚ ਲੱਖਾਂ ਦਾ ਇਕੱਠ ਕੀਤਾ, ਪਰੰਤੂ ਮਹਾਮਾਰੀ ਦੇ ਫੈਲਾਅ ਦਾ ਇਲਜ਼ਾਮ ਮੁਸਲਿਮ ਜਮਾਤ ਦੇ ਤਬਲੀਗੀ ਭਾਈਚਾਰੇ ਵੱਲੋਂ ਕੀਤੇ ਧਾਰਮਿਕ ਇਕੱਠ 'ਤੇ ਲਗਾਇਆ ਸੀ। ਡੰਡੀ ਇਸ ਸਾਲ ਜਦੋਂ ਮਹਾਮਾਰੀ ਆਪਣੇ ਸਿਖਰ ਵੱਲ ਵਧ ਰਹੀ ਸੀ ਅਤੇ ਲੋਕ ਹਸਪਤਾਲਾਂ ਵਿੱਚ ਆਕਸੀਜਨ ਅਤੇ ਬਿਸਤਰਿਆਂ ਦੀ ਘਾਟ ਕਾਰਨ ਮਰ ਰਹੇ ਸਨ, ਡੰਡੀ ਸ਼ਮਸ਼ਾਨ ਘਾਟਾਂ ਵਿੱਚ ਲਾਸ਼ਾਂ ਜਲਾਉਣ ਲਈ ਕਤਾਰਾਂ ਲੱਗ ਗਈਆਂ ਅਤੇ ਮੌਤਾਂ ਦਾ ਤਾਂਵਡ ਦੇਖ ਕੇ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ, ਪਰੰਤੂ ਦੂਸਰੇ ਪਾਸੇ ਦੇਸ਼ ਦੇ ਰੱਖਿਅਕ ਪ੍ਰਧਾਨ ਮੰਤਰੀ ਸਾਹਿਬ 5 ਰਾਜਾਂ ਦੀਆਂ ਚੋਣਾਂ ਵਿੱਚ, ਖਾਸ ਕਰਕੇ ਪੱਛਮੀ ਬੰਗਾਲ ਵਿੱਚ ਚੋਣਾਂ ਜਿੱਤਣ ਲਈ ਇਕੱਠ ਕਰਨ 'ਤੇ ਪੂਰਾ ਜ਼ੋਰ ਲਗਾ ਰਹੇ ਸਨ। ਡੰਡੀ ਲੋਕਾਂ ਦਾ ਵੱਡਾ ਇਕੱਠ ਦੇਖ ਕੇ ਉਹ ਖੁਸ਼ ਹੋ ਰਹੇ ਸਨ ਅਤੇ ਦੀਦੀ ਓ ਦੀਦੀ ਕਹਿ ਕੇ ਮਮਤਾ ਬੈਨਰਜੀ ਨੂੰ ਵੰਗਾਰ ਰਹੇ ਸਨ। ਡੰਡੀ ਇਸ ਤੋਂ ਇਲਾਵਾ ਕੁੰਭ ਮੇਲੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਧਾਰਮਿਕ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਡੰਡੀ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਪਿਛਲੇ ਸਾਲ ਤਾਂ ਮੁਸਲਿਮ ਭਾਈਚਾਰੇ 'ਤੇ ਕਰੋਨਾ ਦੇ ਫੈਲਣ ਦਾ ਇਲਜ਼ਾਮ ਸੀ, ਪਰੰਤੂ ਇਸ ਸਾਲ ਮਹਾਮਾਰੀ ਦੇ ਫੈਲਾਅ ਦਾ ਇਲਜ਼ਾਮ ਕੋਈ ਮੋਦੀ ਸਰਕਾਰ ਆਪਣੇ ਉੱਤੇ ਲਵੇਗੀ। ਡੰਡੀ ਭਰਾ 5 ਸੂਬਿਆਂ ਵਿੱਚ ਚੋਣਾਂ ਦੇ ਨਤੀਜੇ ਆ ਗਏ ਹਨ। ਡੰਡੀ ਮਮਤਾ ਬੈਨਰਜੀ ਦਾ ਜੇਤੂ ਹੋਣਾ ਮੋਦੀ ਸਰਕਾਰ ਲਈ ਬਹੁਤ ਵੱਡਾ ਸਿਆਸੀ ਝਟਕਾ ਹੈ। ਡੰਡੀ ਹੰਕਾਰ ਦਾ ਸਿਰ ਨੀਵਾਂ ਹੋਇਆ। ਡੰਡੀ ਫਿਰਕੂ ਫਾਸਿਸਟ ਸੋਚ ਦੀ ਹਾਰ ਹੋਈ। ਡੰਡੀ ਪੱਛਮੀ ਬੰਗਾਲ ਦੀ ਜਨਤਾ ਨੇ ਵੋਟ ਧਾਰਮਿਕ ਕੱਟੜਤਾ ਨੂੰ ਹਰਾਉਣ ਲਈ ਪਾਈ ਹੈ। ਡੰਡੀ ਦੇਸ਼ ਭਰ ਦਾ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਪਾਰੀ ਭਾਜਪਾਈਆਂ ਦੇ ਵਿਰੁੱਧ ਭੁਗਤਿਆ ਹੈ ਤਾਂ ਵੀ ਭਾਜਪਾ ਦਾ 80 ਦੇ ਲਗਭਗ ਸੀਟਾਂ ਜਿੱਤਣਾ ਚਿੰਤਾ ਦਾ ਵਿਸ਼ਾ ਹੈ। ਡੰਡੀ ਆਸ ਹੈ ਕਿ ਭਾਜਪਾ ਨੂੰ ਹਾਰ ਤੋਂ ਸਬਕ ਮਿਲ ਗਿਆ ਹੈ। ਡੰਡੀ ਕਿਸਾਨ ਮੋਰਚੇ ਦੀ ਜਿੱਤ ਜ਼ਰੂਰ ਹੋਵੇਗੀ। ਡੰਡੀ ਕਿਸਾਨ ਆਗੂਆਂ ਨੂੰ ਹੋਰ ਵੀ ਏਕਤਾ ਦਾ ਸਬੂਤ ਦੇ ਕੇ ਜਿੱਤ ਵੱਲ ਵਧਣਾ ਪਵੇਗਾ। ਡੰਡੀ ਬੰਗਾਲ ਚੋਣਾਂ ਸਮੇਂ ਭਾਰਤੀ ਜਨਤਾ ਪਾਰਟੀ ਦਾ ਨਾਅਰਾ ਸੀ ਅਬ ਕੀ ਬਾਰ 200 ਪਾਰ। ਡੰਡੀ ਇਸ ਪਾਰਟੀ ਨੇ ਭਾਵੇਂ ਸਾਰੇ ਦਿੱਗਜ ਨੇਤਾ ਅਤੇ ਪ੍ਰਧਾਨ ਮੰਤਰੀ ਸਮੇਤ ਕਈ BJP ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਵੀ ਪ੍ਰਚਾਰ ਲਈ ਭੇਜੇ, ਪਰ ਫਿਰ ਵੀ ਗੱਲ ਨਾ ਬਣੀ। ਡੰਡੀ ਮੋਦੀ ਨੇ ਰਵਿੰਦਰ ਨਾਥ ਟੈਗੋਰ ਦੀ ਨਕਲ ਕਰਕੇ ਦਾੜ੍ਹੀ ਤੇ ਵਾਲ ਵੀ ਵਧਾਏ, ਪਰ ਬੰਗਾਲੀਆਂ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਮਮਤਾ ਬੈਨਰਜੀ ਦੀ ਪਾਰਟੀ
2 ਤਿਹਾਈ ਤੋਂ ਵੀ ਅਧਿਕ ਸੀਟਾਂ ਨਾਲ ਜਿੱਤ ਗਏ। ਡੰਡੀ BJP ਨੇ ਬੰਗਾਲੀਆਂ ਨੂੰ ਸਗੋਂ ਫਿਰਕੂ ਲੀਹਾਂ 'ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਬੰਗਾਲ ਦੇ ਧਰਮ ਨਿਰਪੱਖ ਤਾਣੇ ਬਾਣੇ ਨੂੰ ਨਾ ਬਦਲ ਸਕੀ। ਡੰਡੀ ਭਾਰਤੀ ਜਨਤਾ ਪਾਰਟੀ ਨੂੰ ਇਸ ਸਭ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਦੇਸ਼ ਵਿੱਚ ਘਟੀਆ ਫਿਰਕੂ ਰਾਜਨੀਤੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਡੰਡੀ 20ਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਡੰਡੀ ਅਸੀਂ ਵਿਗਿਆਨ ਦੇ ਯੁੱਗ ਵਿੱਚ ਰਹਿ ਰਹੇ ਹਾਂ। ਡੰਡੀ ਸਾਡੇ ਆਲੇ ਦੁਆਲੇ ਚੱਪੇ ਚੱਪੇ 'ਤੇ ਵਿਗਿਆਨ ਦੀਆਂ ਖੋਜਾਂ ਦਾ ਹੀ ਪਸਾਰ ਹੈ। ਡੰਡੀ ਜਿੱਧਰ ਵੀ ਅਸੀਂ ਨਜ਼ਰ ਮਾਰਦੇ ਹਾਂ ਸਾਨੂੰ ਵਿਗਿਆਨ ਦੇ ਚਮਤਕਾਰ ਹੀ ਵੇਖਣ ਨੂੰ ਮਿਲਦੇ ਹਨ। ਡੰਡੀ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਨ ਮਨੁੱਖ ਲਈ ਸਭ ਤੋਂ ਵੱਡੀ ਬਰਕਤ ਹੈ। ਡੰਡੀ ਵਿਗਿਆਨ ਦੀਆਂ ਖੋਜਾਂ ਨੇ ਮਨੁੱਖੀ ਜੀਵਨ ਨੂੰ ਵਧੇਰੇ ਸੌਖਾ ਅਤੇ ਸੁਚੱਜਾ ਬਣਾ ਦਿੱਤਾ ਹੈ। ਡੰਡੀ ਇਸ ਨੇ ਸਮੇਂ ਅਤੇ ਸਥਾਨ ਦੀਆਂ ਵਿੱਥਾਂ ਨੂੰ ਮਿਟਾ ਦਿੱਤਾ ਹੈ। ਡੰਡੀ ਮਹੀਨਿਆਂ ਦੀ ਯਾਤਰਾ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ। ਡੰਡੀ ਵਿਗਿਆਨ ਦੀ ਤਰੱਕੀ ਨਾਲ ਅੱਜ ਯਾਤਰਾ ਆਸਾਨ, ਸ਼ੀਘਰ ਅਤੇ ਸੁਖਦਾਈ ਹੋ ਗਈ ਹੈ। ਡੰਡੀ ਮਨੁੱਖ ਜ਼ਿੰਦਗੀ ਤੋਂ ਬਹੁਤ ਆਨੰਦ ਪ੍ਰਾਪਤ ਕਰਨ ਲੱਗ ਪਿਆ ਹੈ। ਡੰਡੀ ਘਰਾਂ ਅਤੇ ਕਾਰਖਾਨਿਆਂ ਵਿੱਚ ਬਿਜਲੀ ਦੀ ਹੋਂਦ ਨੇ ਮਨੁੱਖ ਨੂੰ ਬਹੁਤ ਜ਼ਿਆਦਾ ਸੁੱਖ ਦਿੱਤੇ ਹਨ। ਡੰਡੀ ਬਿਜਲੀ ਦੇ ਬਲਬ ਰਾਤ ਨੂੰ ਦਿਨ ਬਣਾ ਦਿੰਦੇ ਹਨ। ਡੰਡੀ ਮਨੁੱਖ ਜਦ ਚਾਹੇ ਲੋੜ ਅਨੁਸਾਰ ਆਪਣੇ ਘਰ ਦੇ ਵਾਯੂਮੰਡਲ ਨੂੰ ਗਰਮ ਜਾਂ ਠੰਡਾ ਬਣਾ ਸਕਦਾ ਹੈ। ਡੰਡੀ ਕੂਲਰਾਂ, ਹੀਟਰਾਂ ਅਤੇ ਦੂਜੀਆਂ ਕਾਢਾਂ ਨੇ ਜਨ ਸਧਾਰਨ ਨੂੰ ਪੁਰਾਣੇ ਜ਼ਮਾਨਿਆਂ ਦੇ ਰਾਜਿਆਂ ਮਹਾਰਾਜਿਆਂ ਵਾਲੇ ਸੁੱਖ ਦੇ ਦਿੱਤੇ ਹਨ। ਡੰਡੀ ਇਹਨਾਂ ਸੁੱਖਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਨੁੱਖ ਨੇ ਸਾਰੇ ਦੁੱਖਾਂ ਨੂੰ ਜਿੱਤ ਲਿਆ ਹੋਵੇ ਅਤੇ ਮਨੁੱਖ ਨੇ ਧਰਤੀ 'ਤੇ ਹੀ ਸਵਰਗ ਬਣਾ ਲਿਆ ਹੋਵੇ। ਡੰਡੀ ਪ੍ਰਾਚੀਨ ਸਮੇਂ ਵਿੱਚ ਮੇਲੇ, ਤਿਉਹਾਰ ਜਾਂ ਨਾਟਕ ਹੀ ਮਨੁੱਖ ਦੇ ਮਨੋਰੰਜਨ ਦਾ ਸਾਧਨ ਹੁੰਦੇ ਸਨ। ਡੰਡੀ ਅੱਜ ਕੱਲ੍ਹ ਇਹਨਾਂ ਤੋਂ ਇਲਾਵਾ ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਮਨੁੱਖ ਦੇ ਮਨ ਪਰਚਾਵੇ ਅਤੇ ਸਿੱਖਿਆ ਅਤੇ ਗਿਆਨ ਵਧਾਉਣ ਦਾ ਕੰਮ ਕਰਦੇ ਹਨ। ਡੰਡੀ ਥਾਂ ਥਾਂ ਰੇਡੀਓ ਆਪਣੇ ਗੀਤ ਸੰਗੀਤ ਦੁਆਰਾ ਵਾਤਾਵਰਨ ਨੂੰ ਸੁਹਾਵਣਾ ਬਣਾਉਂਦੇ ਹਨ ਅਤੇ ਮਨ ਵਿੱਚ ਖੁਸ਼ੀ, ਉਤਸ਼ਾਹ ਅਤੇ ਕੋਮਲਤਾ ਪੈਦਾ ਕਰਦੇ ਹਨ। ਡੰਡੀ ਸਿਨੇਮਾ ਘਰਾਂ ਵਿੱਚ ਰੋਜ਼ ਹੀ ਲੋਕ ਕਰੋੜਾਂ ਦੀ ਗਿਣਤੀ ਵਿੱਚ ਜਾਂਦੇ ਹਨ ਅਤੇ ਸੁਹਜ ਸਵਾਦ ਪ੍ਰਾਪਤ ਕਰਦੇ ਹਨ। ਡੰਡੀ ਟੈਲੀਫੋਨ ਅਤੇ ਟੈਲੀਪ੍ਰਿੰਟਰ ਨੇ ਸਿੱਖਿਆ, ਮੇਲ ਜੋਲ ਅਤੇ ਸੂਚਨਾ ਆਦਿ ਦਾ ਕਾਰ ਵਿਹਾਰ ਵੀ ਕਾਫੀ ਸਰਲ ਅਤੇ ਸੌਖਾ ਬਣਾ ਦਿੱਤਾ ਹੈ। ਡੰਡੀ ਇਹਨਾਂ ਰਾਹੀਂ ਮਨੁੱਖ ਘਰ ਬੈਠਾ ਹੀ ਸਾਰੀਆਂ ਵਸਤਾਂ ਪ੍ਰਾਪਤ ਕਰ ਸਕਦਾ ਹੈ ਅਤੇ ਆਪਣੀ ਲੋੜ ਅਨੁਸਾਰ ਇਹਨਾਂ ਸਾਧਨਾਂ ਤੋਂ ਲਾਭ ਪ੍ਰਾਪਤ ਕਰ ਸਕਦਾ ਹੈ। ਡੰਡੀ ਚਿਕਿਤਸਾ ਦੇ ਖੇਤਰ ਵਿੱਚ ਵੀ ਵਿਗਿਆਨ ਦੇ ਵਰਦਾਨ ਬਹੁਤ ਸ਼ਲਾਘਾਯੋਗ ਹਨ। ਡੰਡੀ ਹਰ ਪ੍ਰਕਾਰ ਦੇ ਰੋਗਾਂ ਨੂੰ ਦੂਰ ਕਰਨ ਲਈ ਭਿੰਨ ਭਿੰਨ ਪ੍ਰਕਾਰ ਦੀਆਂ ਦਵਾਈਆਂ ਅਤੇ ਟੀਕੇ ਤਿਆਰ ਹੋ ਗਏ ਹਨ। ਡੰਡੀ ਪੈਨਸਲੀਨ ਅਤੇ ਦੂਜੇ ਟੀਕੇ ਮਨੁੱਖ ਲਈ ਬਰਕਤ ਸਿੱਧ ਹੋਏ ਹਨ। ਡੰਡੀ ਐਕਸਰੇ ਨਾਲ ਮਨੁੱਖੀ ਸਰੀਰ ਦੇ ਅੰਦਰ ਖੁੱਲ੍ਹੀ ਝਾਤ ਮਾਰੀ ਜਾ ਸਕਦੀ ਹੈ। ਡੰਡੀ ਸਰਜਰੀ ਇੰਨੀ ਉੱਨਤ ਹੋ ਗਈ ਹੈ ਕਿ ਡਾਕਟਰ ਰੋਗੀ ਨੂੰ ਕਾਫੀ ਚਿਰ ਤੱਕ ਯਮਰਾਜ ਦੇ ਕਲਾਵੇ ਤੋਂ ਵੀ ਖੋਹ ਲੈਂਦੇ ਹਨ। ਡੰਡੀ
ਸਾਡੇ ਵਿੱਚੋਂ ਬਹੁਤ ਸਾਰੇ ਦਵਾਈ ਦੇ ਰੂਪ ਵਿੱਚ ਵਿਟਾਮਿਨਾਂ ਦੀਆਂ ਗੋਲੀਆਂ ਦੀ ਵਰਤੋਂ ਕਰਦੇ ਹਨ। ਡੰਡੀ ਇਸ ਬਾਰੇ ਮੁੱਢਲੀ ਜਾਣਕਾਰੀ ਬਹੁਤ ਜ਼ਰੂਰੀ ਹੈ। ਡੰਡੀ ਮਲਟੀਵਿਟਾਮਿਨ ਜਾਂ ਮਿਨਰਲਜ਼ ਦੀਆਂ ਗੋਲੀਆਂ ਹਮੇਸ਼ਾ ਭੋਜਨ ਦੌਰਾਨ ਲਈਆਂ ਜਾਣੀਆਂ ਚਾਹੀਦੀਆਂ ਹਨ। ਡੰਡੀ ਇਸ ਦਾ ਕਾਰਨ ਇਹ ਹੈ ਕਿ ਜਦੋਂ ਮੈਦਾ ਭਰ ਜਾਂਦਾ ਹੈ ਤਾਂ ਉਸ ਨੂੰ ਖਾਲੀ ਹੋਣ ਲਈ ਵੱਧ ਸਮਾਂ ਲੱਗਦਾ ਹੈ। ਡੰਡੀ ਇਸ ਲਈ ਇਹ ਗੋਲੀਆਂ ਭੋਜਨ ਦੇ ਨਾਲ ਹੀ ਵਧੇਰੇ ਸਮੇਂ ਤੱਕ ਸਰੀਰ ਵਿੱਚ ਘੁਲਦੀਆਂ ਰਹਿੰਦੀਆਂ ਹਨ ਅਤੇ ਪੂਰਨ ਰੂਪ ਵਿੱਚ ਖੂਨ ਅੰਦਰ ਜਜ਼ਬ ਹੋ ਜਾਂਦੀਆਂ ਹਨ। ਡੰਡੀ ਸਾਡੇ ਦੇਸ਼ ਵਿੱਚ ਅਨੀਮੀਆ ਰੋਗ ਆਮ ਵੇਖਣ ਵਿੱਚ ਆਉਂਦਾ ਹੈ ਅਤੇ ਇਸ ਦੇ ਰੋਗੀ ਨੂੰ ਬਾਹਰੋਂ ਵਾਧੂ ਆਇਰਨ ਲੈਣਾ ਪੈਂਦਾ ਹੈ। ਡੰਡੀ ਲੋੜ ਪੈਣ 'ਤੇ ਆਇਰਨ ਦੀਆਂ ਗੋਲੀਆਂ ਵੀ ਹਮੇਸ਼ਾ ਰੋਟੀ ਖਾਂਦੇ ਸਮੇਂ ਹੀ ਲੈਣੀਆਂ ਚੰਗੀਆਂ ਹਨ। ਡੰਡੀ ਜੇਕਰ ਇਹ ਰੋਟੀ ਤੋਂ ਪਹਿਲਾਂ ਜਾਂ ਪਿੱਛੋਂ ਲਈਆਂ ਜਾਣ ਤਾਂ ਜੂਸ ਦੇ ਗਲਾਸ ਦੀ ਵਰਤੋਂ ਕਰਨਾ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਜਾਵੇਗਾ। ਡੰਡੀ ਆਇਰਨ ਦੀ ਗੋਲੀ ਲੈਣ ਤੋਂ ਮਗਰੋਂ ਘੱਟੋ ਘੱਟ 1 ਘੰਟੇ ਤੱਕ ਚਾਹ ਜਾਂ ਕਾਫੀ ਨਹੀਂ ਲੈਣੀ ਚਾਹੀਦੀ ਕਿਉਂਕਿ ਇਹ ਆਇਰਨ ਨੂੰ ਸਰੀਰ ਵਿੱਚ ਜਜ਼ਬ ਹੋਣ ਤੋਂ ਰੋਕਦੀਆਂ ਹਨ। ਡੰਡੀ ਇੱਕ ਖੋਜ ਅਨੁਸਾਰ ਕੈਲਸ਼ੀਅਮ ਵੀ ਆਇਰਨ ਨੂੰ ਜਜ਼ਬ ਹੋਣ ਤੋਂ ਰੋਕਦਾ ਹੈ। ਡੰਡੀ ਇਸ ਲਈ ਜੇਕਰ ਡਾਕਟਰ ਆਇਰਨ ਅਤੇ ਕੈਲਸ਼ੀਅਮ ਦੋਵੇਂ ਖਾਣ ਦੀ ਸਿਫਾਰਸ਼ ਕਰੇ ਤਾਂ ਇਹਨਾਂ ਨੂੰ ਅਲੱਗ-ਅਲੱਗ ਭੋਜਨ ਨਾਲ ਲਿਆ ਜਾਵੇ ਤਾਂ ਜੋ ਦੋਵਾਂ ਦਾ ਪੂਰਾ ਅਸਰ ਹੋ ਸਕੇ। ਡੰਡੀ ਵਿਟਾਮਿਨ ਵੀ ਕਿਸੇ ਵੀ ਸਮੇਂ ਲਏ ਜਾ ਸਕਦੇ ਹਨ ਪਰੰਤੂ ਭੋਜਨ ਨਾਲ ਵਧੀਆ ਅਸਰ ਕਰਦੇ ਹਨ। ਡੰਡੀ ਸਰੀਰ ਤੁਹਾਡਾ ਆਪਣਾ ਹੈ ਅਤੇ ਤੁਸੀਂ ਆਪ ਹੀ ਇਸ ਦਾ ਧਿਆਨ ਰੱਖਣਾ ਹੈ। ਡੰਡੀ ਸਟਾਰਟ ਬੀਮਾ ਸਾਡੇ ਆਰਥਿਕ ਜੀਵਨ ਦਾ ਇੱਕ ਜ਼ਰੂਰੀ ਅੰਗ ਬਣ ਗਿਆ ਹੈ। ਡੰਡੀ ਜੀਵਨ ਬੀਮਾ ਇੱਕ ਪ੍ਰਕਾਰ ਦਾ ਠੇਕਾ ਹੈ ਜੋ ਬੀਮਾ ਕਾਰਪੋਰੇਸ਼ਨ ਅਤੇ ਬੀਮਾ ਕਰਵਾਉਣ ਵਾਲੇ ਵਿਅਕਤੀ ਦੇ ਵਿਚਕਾਰ ਹੁੰਦਾ ਹੈ। ਡੰਡੀ ਬੀਮਾ ਕਰਵਾਉਣ ਵਾਲਾ ਵਿਅਕਤੀ ਜਿੰਨੀ ਰਕਮ ਦਾ ਬੀਮਾ ਕਰਾਉਂਦਾ ਹੈ ਉਹ ਕਿਸ਼ਤਾਂ ਰਾਹੀਂ ਕਾਰਪੋਰੇਸ਼ਨ ਨੂੰ ਦੇ ਦਿੱਤੀ ਜਾਂਦੀ ਹੈ। ਡੰਡੀ ਮਿਥੀ ਗਈ ਮਿਆਦ ਪੂਰੀ ਹੋ ਜਾਣ 'ਤੇ ਇਹ ਰਕਮ ਸਣੇ ਬੋਨਸ ਬੀਮਾ ਕਰਵਾਉਣ ਵਾਲੇ ਨੂੰ ਮੋੜ ਦਿੱਤੀ ਜਾਂਦੀ ਹੈ। ਡੰਡੀ ਜੇ ਮਿਥੀ ਗਈ ਮਿਆਦ ਤੋਂ ਪਹਿਲਾਂ ਹੀ ਉਸ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਬੀਮੇ ਦੀ ਸਾਰੀ ਰਕਮ ਉਸ ਦੇ ਵਾਰਸਾਂ ਨੂੰ ਤੁਰੰਤ ਹੀ ਅਦਾ ਕਰ ਦਿੱਤੀ ਜਾਂਦੀ ਹੈ। ਡੰਡੀ ਮਨੁੱਖ ਕੇਵਲ ਆਪਣੇ ਲਈ ਹੀ ਨਹੀਂ ਜਿਉਂਦਾ ਸਗੋਂ ਆਪਣੇ ਪਰਿਵਾਰ ਲਈ ਵੀ ਜਿਉਂਦਾ ਹੈ। ਡੰਡੀ ਘਰ ਵਿੱਚ ਕਮਾਊ ਬੰਦਾ ਜਿੰਨਾ ਚਿਰ ਆਪਣੇ ਚੱਲਦੇ ਨੈਣਾ ਪ੍ਰਾਣਾ ਨਾਲ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਮਾਉਂਦਾ ਰਹੇ ਓਨਾ ਚਿਰ ਤਾਂ ਪਰਿਵਾਰਕ ਜੀਵਨ ਬੜਾ ਸੋਹਣਾ ਚੱਲਦਾ ਰਹਿੰਦਾ ਹੈ। ਪਰ ਅਚਾਨਕ ਜੇਕਰ ਕਿਧਰੇ ਕੋਈ ਅਣਹੋਣੀ ਹੋ ਜਾਵੇ ਅਤੇ ਉਸ ਦਾ ਸਾਇਆ ਪਰਿਵਾਰ ਦੇ ਸਿਰ ਤੋਂ ਉੱਠ ਜਾਵੇ ਤਾਂ ਪਿੱਛੇ ਰਹਿ ਗਿਆ ਪਰਿਵਾਰ ਬੜੀਆਂ ਔਕੜਾਂ ਵਿੱਚ ਫਸ ਜਾਂਦਾ ਹੈ। ਡੰਡੀ ਹੁਣ ਉਹ ਘਰ ਦਾ ਖਰਚ ਕਿਵੇਂ ਤੋਰਨਗੇ? ਪ੍ਰਸ਼ਨ ਚਿੰਨ੍ਹ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੇਗਾ? ਪ੍ਰਸ਼ਨ ਚਿੰਨ੍ਹ ਕੁੜੀਆਂ ਦੇ ਵਿਆਹ ਕਿਸ ਤਰ੍ਹਾਂ ਹੋਣਗੇ? ਪ੍ਰਸ਼ਨ ਚਿੰਨ੍ਹ ਕਹਿਣ ਵਾਸਤੇ ਰਹਿਣ ਵਾਸਤੇ ਮਕਾਨ ਦਾ ਕਿਰਾਇਆ ਤੱਕ ਦੇਣਾ ਕਈ ਵਾਰ ਔਖਾ ਹੋ ਜਾਂਦਾ ਹੈ। ਡੰਡੀ ਵਾਰਾ ਅਜਿਹੇ ਸੰਕਟ ਦੇ ਸਮੇਂ ਜੇ ਉਸ ਵਿਅਕਤੀ ਦੀ ਬੀਮੇ ਦੀ ਇਕੱਠੀ 15-20 ਹਜ਼ਾਰ ਰੁਪਏ ਦੀ ਰਕਮ ਪਰਿਵਾਰ ਨੂੰ ਮਿਲ ਜਾਵੇ ਤਾਂ ਉਹਨਾਂ ਦੀ ਬੜੀ ਵੱਡੀ ਸਹਾਇਤਾ ਹੋ ਜਾਂਦੀ ਹੈ। ਡੰਡੀ ਬੀਮਾ ਕਰਵਾਉਣ ਵਾਲੇ ਲਈ ਇਹ ਇੱਕ ਤਸੱਲੀ ਵਾਲੀ ਗੱਲ ਹੈ ਕਿ ਉਸ ਤੋਂ ਮਗਰੋਂ ਉਸ ਦੇ ਬੱਚੇ ਅਤੇ ਉਸ ਦੀ ਪਤਨੀ ਦਰ-ਦਰ ਨਹੀਂ ਰੁਲਦੇ
ਫਿਰਨਗੇ ਡੰਡੀ। ਇਹ ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਸਾਡੇ ਵਿੱਚ ਔਖੇ ਵੇਲੇ ਵਾਸਤੇ ਪੈਸੇ ਬਚਾ ਕੇ ਜਮ੍ਹਾਂ ਕਰਨ ਦੀ ਰੁਚੀ ਨਹੀਂ ਹੁੰਦੀ ਡੰਡੀ। ਜਵਾਨੀ ਦੀ ਉਮਰ ਵਿੱਚ ਕਮਾਉਣ ਸ਼ਕਤੀ ਕਾਫੀ ਹੁੰਦੀ ਹੈ ਡੰਡੀ। ਸਹਿਜੇ ਸਹਿਜੇ ਇਹ ਸ਼ਕਤੀ ਘਟਦੀ ਜਾਂਦੀ ਹੈ ਡੰਡੀ। ਅਖੀਰ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਇਸ ਪੰਜ ਭੌਤਿਕ ਸਰੀਰ ਵਿੱਚੋਂ ਸਾਰੀ ਸੱਤਾ ਉੱਠ ਜਾਂਦੀ ਹੈ ਡੰਡੀ। ਨੌਕਰੀ ਪੇਸ਼ਾ ਲੋਕ ਰਿਟਾਇਰ ਹੋ ਜਾਂਦੇ ਹਨ ਡੰਡੀ। ਅਜਿਹੇ ਸਮੇਂ ਜੇ ਮਨੁੱਖ ਕੋਲ ਬਚਤਾਂ ਕਰਕੇ ਜੋੜਿਆ ਹੋਇਆ ਸਰਮਾਇਆ ਨਾ ਹੋਵੇ ਤਾਂ ਉਸਦਾ ਜੀਵਨ ਮੌਤ ਨਾਲੋਂ ਵੀ ਭੈੜਾ ਹੋ ਜਾਂਦਾ ਹੈ ਡੰਡੀ। ਉਹ ਨਾ ਜਿਉਂਦਿਆਂ ਵਿੱਚ ਹੁੰਦਾ ਹੈ ਨਾ ਮੋਇਆਂ ਵਿੱਚ ਡੰਡੀ। ਉਸ ਦੀ ਸਥਿਤੀ ਡਾਵਾਂਡੋਲ ਹੁੰਦੀ ਹੈ ਡੰਡੀ। ਬੀਮਾ ਜੀਵਨ ਬੀਮਾ ਇੱਕ ਪ੍ਰਕਾਰ ਦੀ ਆਵਸ਼ਕ ਬਚਤ ਦਾ ਸਾਧਨ ਹੈ ਡੰਡੀ। ਬੀਮਾ ਕੰਪਨੀ ਵਾਲੇ ਕਿਸ਼ਤਾਂ ਭੇਜਣ ਲਈ ਚੇਤਾਵਨੀਆਂ ਵੀ ਦਬਾਉਂਦੇ ਰਹਿੰਦੇ ਹਨ ਤਾਂ ਜੋ ਬੀਮਾ ਕਰਵਾਉਣ ਵਾਲਾ ਵਿਅਕਤੀ ਕਿਤੇ ਭੁੱਲ ਨਾ ਜਾਵੇ ਡੰਡੀ।